ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸ ਨੂੰ ਕੀਟ ਕਹਿੰਦੇ ਹਨ। ਜਦੋਂ ਖੇਤ ਵਿੱਚ ਇੱਕੋ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸ ਨੂੰ ਫਸਲ ਕਹਿੰਦੇ ਹਨ। ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਰਬੀ ਦੀਆਂ ਫਸਲਾਂ ਕਹਿੰਦੇ ਹਨ। ਮੱਛੀ ਉਤਪਾਦਨ ਅਤੇ ਸਾਂਭ ਸੰਭਾਲ ਨੂੰ ਮੱਛੀ ਪਾਲਣ ਕਹਿੰਦੇ ਹਨ। ਫਸਲ ਉਤਪਾਦ ਨੂੰ ਬਾਜ਼ਾਰ ਵਿੱਚ ਵੇਚਣਾ ਮੰਡੀਕਰਨ ਕਹਾਉਂਦਾ ਹੈ। ਸ਼ਹਿਦ ਦੇ ਉਤਪਾਦਨ ਅਤੇ ਪ੍ਰਬੰਧਨ ਨੂੰ ਮਧੂਮੱਖੀ ਪਾਲਣ ਕਿਹਾ ਜਾਂਦਾ ਹੈ। ਘਰਾਂ ਵਿੱਚ ਦਾਣੇ ਲੋਹੇ ਦੇ ਡਰਮ ਵਿੱਚ ਭੰਡਾਰਿਤ ਕੀਤੇ ਜਾਂਦੇ ਹਨ। ਸਹੀ ਅਤੇ ਗਲਤ ਦਾ ਨਿਸ਼ਾਨ ਲਗਾਓ। ਫਲ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਮੱਛੀ ਪਾਲਣ ਕਹਿੰਦੇ ਹਨ। ਗਲਤ। ਰਸਾਇਣਕ ਖਾਦਾਂ ਦੀ ਵੱਧ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਜਾਂਦੀ ਹੈ। ਸਹੀ। ਰੂੜੀ ਖਾਦ ਵਿੱਚ ਰਸਾਇਣਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕ ਤੱਤ ਹੁੰਦੇ ਹਨ। ਗਲਤ। ਮਿੱਟੀ ਪੁੱਟਣ ਲਈ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਗਲਤ। ਹਲ ਇੱਕ ਖੇਤੀ ਦਾ ਔਜ਼ਾਰ ਹੈ ਜੋ ਮਿੱਟੀ ਨੂੰ ਵਾਹੁਣ ਲਈ ਵਰਤਿਆ ਜਾਂਦਾ ਹੈ। ਸਹੀ। ਦੰਦਰਾਲ ਇੱਕ ਅਜਿਹਾ ਖੇਤੀ ਸੰਦ ਹੈ ਜਿਸ ਦੀ ਵਰਤੋਂ ਨਦੀਨ ਕੱਢਣ ਲਈ ਕੀਤੀ ਜਾਂਦੀ ਹੈ। ਸਹੀ। ਕੋਲਮ ਊੜਾ ਅਤੇ ਆੜਾ ਦਾ ਮਿਲਾਨ ਕਰੋ। ਕੋਲਮ ਊੜਾ ਨੰਬਰ 1 ਇਹ ਇੱਕ ਅਜਿਹਾ ਖੇਤੀ ਸੰਦ ਹੈ ਜੋ ਕਟਾਈ ਅਤੇ ਗਹਾਈ ਕਰਕੇ ਦਾਣੇ ਵੱਖ ਕਰਦਾ ਹੈ। ਹਾਂਜੀ, ਕੋਲਮ ਆੜੇ ਦੇ ਵਿੱਚ ਇਸ ਦਾ ਜੋ ਮਿਲਾਨ ਹੈ ਉਹ ਹੈ ਕੰਬਾਈਨ ਹਾਰਵੈਸਟਰ। ਨੰਬਰ 2 ਮਾਂਸ ਅਤੇ ਅੰਡਿਆਂ ਲਈ ਪੰਛੀ ਪਾਲਣ ਨੂੰ ਕਹਿੰਦੇ ਹਨ। ਹਾਂਜੀ, ਇਸ ਦਾ ਮਿਲਾਨ ਹੈ ਪੋਲਟਰੀ। ਨੰਬਰ 3 ਇਹ ਨਾਈਟ੍ਰੋਜਨ ਭਰਪੂਰ ਰਸਾਇਣਕ ਖਾਦ ਹੈ। ਹਾਂਜੀ, ਇਸ ਦਾ ਮਿਲਾਨ ਹੈ ਯੂਰੀਆ। ਨੰਬਰ 4 ਜੌਂ ਅਤੇ ਸਰੋਂ। ਹਾਂਜੀ, ਇਹ ਜੋ ਹੈ ਰਬੀ ਦੀਆਂ ਫਸਲਾਂ ਨੇ। ਮੱਕੀ ਅਤੇ ਝੋਨਾ ਜਾਂ ਚਾਵਲ। ਹਾਂਜੀ, ਇਹ ਜੋ ਹੈ ਖਰੀਫ ਦੀਆਂ ਫਸਲਾਂ ਨੇ। ਸਹੀ ਉੱਤਰ ਚੁਣੋ। ਨੰਬਰ 1 ਛਿੱਟਾ ਦੇਣਾ ਇੱਕ ਢੰਗ ਹੈ। ਊੜਾ ਨਦੀਨ ਕੱਢਣ ਦਾ, ਆੜਾ ਬੀਜਣ ਦਾ, ਈੜੀ ਸਿੰਚਾਈ ਦਾ, ਸੱਸਾ ਕਟਾਈ ਦਾ। ਹਾਂਜੀ, ਇਸ ਦਾ ਜਵਾਬ ਹੈ ਆੜਾ ਬੀਜਣ ਦਾ। ਨੰਬਰ 2 ਜਿਸ ਥਾਂ ਪਾਣੀ ਦੀ ਘਾਟ ਹੋਵੇ ਉੱਥੇ ਸਿੰਚਾਈ ਦਾ ਸਭ ਤੋਂ ਵਧੀਆ ਢੰਗ ਹੈ। ਊੜਾ ਆਡਾਂ ਜਾਂ ਕੂਲਾਂ ਰਾਹੀਂ, ਆੜਾ ਫੁਹਾਰਾ ਵਿਧੀ, ਈੜੀ ਤੁਪਕਾ ਸਿੰਚਾਈ, ਸੱਸਾ ਨਹਿਰੀ ਸਿੰਚਾਈ। ਹਾਂਜੀ, ਇਸ ਦਾ ਜਵਾਬ ਹੈ ਈੜੀ ਤੁਪਕਾ ਸਿੰਚਾਈ। ਸਵਾਲ ਨੰਬਰ 3 ਇਸ ਦੀ ਤਿਆਰੀ ਲਈ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਊੜਾ ਕੰਪੋਸਟ, ਆੜਾ ਰੂੜੀ ਖਾਦ, ਈੜੀ ਹਰੀ ਖਾਦ, ਸੱਸਾ ਵਰਮੀ ਕੰਪੋਸਟ। ਹਾਂਜੀ, ਸਹੀ ਜਵਾਬ ਹੈ ਸੱਸਾ ਵਰਮੀ ਕੰਪੋਸਟ।
ਸਵਾਲ ਨੰਬਰ 4, ਰਸਾਇਣਿਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਫਸਲ ਉਗਾਉਣ ਦੇ ਢੰਗ ਨੂੰ ਕਹਿੰਦੇ ਹਨ। ਊੜਾ ਜੈਵਿਕ ਖੇਤੀ, ਆੜਾ ਦੋਗਲਾਕਰਨ, ਈੜੀ ਮਿਸ਼ਰਤ ਖੇਤੀ, ਸੱਸਾਂ ਫਸਲਾਂ ਦੀ ਅਦਲਾ ਬਦਲੀ। ਹਾਂਜੀ, ਇਸ ਦਾ ਜਵਾਬ ਹੈ ਊੜਾ ਜੈਵਿਕ ਖੇਤੀ। ਸਵਾਲ ਨੰਬਰ 5, ਤਿੰਨ ਬਹੁਮਾਤਰੀ ਪੋਸ਼ਕ ਤੱਤ ਹਨ। ਫਾਸਫੋਰਸ, ਕਾਰਬਨ ਅਤੇ ਲੋਹਾ। ਆੜਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਈੜੀ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ। ਸੱਸਾ ਨਾਈਟ੍ਰੋਜਨ, ਹਾਈਡਰੋਜਨ ਅਤੇ ਕਲੋਰੀਨ। ਹਾਂਜੀ, ਇਸ ਦਾ ਸਹੀ ਜਵਾਬ ਹੈ ਆੜਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਸਵਾਲ ਨੰਬਰ 6, ਤੂੜੀ ਵਿੱਚੋਂ ਦਾਣੇ ਵੱਖ ਕਰਨ ਦਾ ਢੰਗ ਹੈ। ਊੜਾ ਕਟਾਈ, ਆੜਾ ਛਿੱਟਾ ਦੇਣਾ, ਈੜੀ ਗਹਾਈ, ਸੱਸਾ ਛੱਟਣਾ। ਹਾਂਜੀ, ਇਸ ਦਾ ਸਹੀ ਜਵਾਬ ਹੈ ਸੱਸਾ ਛੱਟਣਾ। ਸਵਾਲ ਨੰਬਰ 1, ਦੁੱਧ ਲਈ ਪਾਲੇ ਜਾਂਦੇ 2 ਪਸ਼ੂਆਂ ਦੇ ਨਾਮ ਦੱਸੋ। ਊੜਾ ਗਾਂ, ਆੜਾ ਮੱਝ। ਸਿੰਚਾਈ ਦੇ ਕੋਈ 2 ਪੁਰਾਤਨ ਢੰਗਾਂ ਦੇ ਨਾਮ ਦੱਸੋ। ਊੜਾ ਹਲਟ, ਆੜਾ ਟੇਕਲੀ। ਹਲ ਕੀ ਹੈ? ਹਲ ਇੱਕ ਖੇਤੀ ਦਾ ਔਜ਼ਾਰ ਹੈ ਜਿਸ ਦੀ ਵਰਤੋਂ ਹਲ ਵਾਹੁਣ, ਮਿੱਟੀ ਨੂੰ ਉਲਟਾਉਣ ਲਈ ਕੀਤੀ ਜਾਂਦੀ ਹੈ। ਸਵਾਲ ਨੰਬਰ 4, ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕਿੱਥੇ ਕੀਤਾ ਜਾਂਦਾ ਹੈ। ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕੋਲਡ ਸਟੋਰਾਂ ਵਿੱਚ ਕੀਤਾ ਜਾਂਦਾ ਹੈ। ਨਦੀਨ ਕੀ ਹੁੰਦਾ ਹੈ? 2 ਨਦੀਨਾਂ ਦਾ ਨਾਂ ਲਿਖੋ ਅਤੇ ਨਦੀਨ ਕੱਢਣ ਦਾ ਇੱਕ ਢੰਗ ਲਿਖੋ। ਊੜਾ ਫਸਲਾਂ ਦੇ ਨਾਲ ਉੱਗਣ ਵਾਲੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਉਦਾਹਰਨ ਲਈ ਚੌਲਾਈ ਅਤੇ ਬਾਥੂ। ਖੇਤ ਵਿੱਚੋਂ ਨਦੀਨਾਂ ਨੂੰ ਹਟਾਉਣ ਨੂੰ ਨਦੀਨ ਕੱਢਣਾ ਕਿਹਾ ਜਾਂਦਾ ਹੈ। ਨਦੀਨਾਂ ਨੂੰ ਹਟਾਉਣ ਦਾ ਇੱਕ ਤਰੀਕਾ ਹੱਥਾਂ ਨਾਲ ਨਦੀਨ ਨੂੰ ਪੁੱਟਣਾ ਹੈ। ਦੋਗਲਾਕਰਨ ਕੀ ਹੁੰਦਾ ਹੈ? ਇਹ ਕਿਵੇਂ ਲਾਭਦਾਇਕ ਹੈ? ਊੜਾ ਵੱਖ-ਵੱਖ ਗੁਣਾਂ ਵਾਲੇ ਇੱਕੋ ਪ੍ਰਜਾਤੀ ਦੇ 2 ਜਾਂ 2 ਤੋਂ ਵੱਧ ਪੌਦਿਆਂ ਦੇ ਗੁਣ ਮਿਲਾ ਕੇ ਨਵੀਂ ਕਿਸਮ ਦੇ ਬੀਜ ਪੈਦਾ ਕਰਨ ਨੂੰ ਦੋਗਲਾਕਰਨ ਕਿਹਾ ਜਾਂਦਾ ਹੈ। ਆੜਾ ਦੋਗਲਾਕਰਨ ਨਾਲ ਤਿਆਰ ਫਸਲਾਂ ਦਾ ਝਾੜ ਅਤੇ ਫਸਲਾਂ ਦੀ ਰੋਗ ਪ੍ਰਤੀਰੋਧਕਤਾ ਵੱਧ ਹੁੰਦੀ ਹੈ। ਸਵਾਲ ਨੰਬਰ 7, ਹਰੀ ਖਾਦ ਕੀ ਹੈ? ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਾਈਜ਼ੋਬੀਅਮ ਜੀਵਾਣੂ ਨਾਈਟ੍ਰੋਜਨ ਸਥਿਰੀਕਰਨ ਕਰਕੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਸੋਖ ਲੈਂਦਾ ਹੈ। ਜੇਕਰ ਇਹ ਫਲੀਦਾਰ ਪੌਦਿਆਂ ਨੂੰ ਫੁੱਲ ਲੱਗਣ ਤੋਂ ਪਹਿਲਾਂ ਹੀ ਕੁਤਰ ਕੇ ਖੇਤ ਵਿੱਚ ਗਲਣ ਸੜਨ ਦਿੱਤਾ ਜਾਵੇ ਤਾਂ ਇਸ ਨੂੰ ਹਰੀ ਖਾਦ ਕਹਿੰਦੇ ਹਨ। ਸਵਾਲ ਨੰਬਰ 8, ਬੀਜ ਬੀਜਣ ਦੇ ਵੱਖ-ਵੱਖ ਢੰਗ ਕੀ ਹਨ? ਬੀਜ ਬੀਜਣ ਦੇ 3 ਮੁੱਖ ਤਰੀਕੇ ਹਨ। ਨੰਬਰ 1, ਛਿੱਟਾ ਦੇਣਾ। ਨੰਬਰ 2, ਹੱਥ ਨਾਲ
ਕੇਰਾ ਦੇਣਾ। ਨੰਬਰ 3, ਪੋਰ ਜਾਂ ਬੀਜ ਡਰਿਲ ਨਾਲ ਬਿਜਾਈ ਕਰਨਾ। ਸਵਾਲ ਨੰਬਰ 9, ਪਨੀਰੀ ਰੋਪਣ ਤੋਂ ਕੀ ਭਾਵ ਹੈ? ਨਰਸਰੀ ਵਿੱਚ ਫਸਲ ਦੇ ਬਹੁਤ ਸਾਰੇ ਪੌਦੇ ਉਗਾ ਕੇ 20-30 ਦਿਨਾਂ ਬਾਅਦ ਇਹਨਾਂ ਛੋਟੇ ਪੌਦਿਆਂ ਨੂੰ ਹੱਥੀਂ ਪੁੱਟ ਕੇ ਖੇਤਾਂ ਵਿੱਚ ਲਗਾਉਣ ਦੀ ਪ੍ਰਕਿਰਿਆ ਪਨੀਰੀ ਰੋਪਣ ਕਹਾਉਂਦੀ ਹੈ। ਉਦਾਹਰਨ ਲਈ ਝੋਨਾ ਛੋਟੀਆਂ ਕਿਆਰੀਆਂ ਵਿੱਚ ਉਗਾਇਆ ਜਾਂਦਾ ਹੈ ਅਤੇ 20-30 ਦਿਨਾਂ ਬਾਅਦ ਹੱਥੀਂ ਪੁੱਟ ਕੇ ਖੇਤਾਂ ਵਿੱਚ ਲਗਾਇਆ ਜਾਂਦਾ ਹੈ। ਸਵਾਲ ਨੰਬਰ 10, ਕੀਟ ਜਾਂ ਪੈਸਟ ਕੀ ਹੁੰਦੇ ਹਨ? ਉਦਾਹਰਣ ਦਿਓ। ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸ ਨੂੰ ਕੀਟ ਕਹਿੰਦੇ ਹਨ। ਉਦਾਹਰਨ ਲਈ ਕੀੜੇ, ਪੰਛੀ, ਚੂਹੇ, ਵੱਡੇ ਜਾਨਵਰ ਆਦਿ। ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਰੂੜੀ ਖਾਦ ਅਤੇ ਰਸਾਇਣਕ ਖਾਦ ਵਿਚਕਾਰ ਅੰਤਰ ਦੱਸੋ। ਅੰਤਰ ਇਸ ਪ੍ਰਕਾਰ ਹਨ। ਰੂੜੀ ਖਾਦ ਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਰਸਾਇਣਿਕ ਖਾਦ ਅਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਖੇਤਾਂ ਵਿੱਚ ਬਣਾਈ ਜਾਂਦੀ ਹੈ। ਇਹ ਕਾਰਖਾਨਿਆਂ ਵਿੱਚ ਬਣਾਈ ਜਾਂਦੀ ਹੈ। ਇਹ ਗੋਬਰ ਅਤੇ ਹੋਰ ਜੈਵਿਕ ਵਿਅਰਥ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਅਕਾਰਬਨਿਕ ਲੂਣਾਂ ਦੀ ਬਣੀ ਹੁੰਦੀ ਹੈ। ਇਹ ਭੂਮੀ ਨੂੰ ਬਹੁਤ ਸਾਰਾ ਮੱਲੜ ਪ੍ਰਦਾਨ ਕਰਦੀਆਂ ਹਨ। ਇਹ ਭੂਮੀ ਨੂੰ ਮੱਲੜ ਨਹੀਂ ਪ੍ਰਦਾਨ ਕਰਦੀਆਂ ਹਨ। ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਘੱਟ ਮਾਤਰਾ ਵਿੱਚ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਰਸਾਇਣਕ ਖਾਦਾਂ ਵਿੱਚ ਰੂੜੀ ਖਾਦਾਂ ਦੀ ਤੁਲਨਾ ਵਿੱਚ ਵੱਧ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹਨਾਂ ਨੂੰ ਸਟੋਰ ਕਰਨ ਲਈ ਵੱਡੇ ਖੇਤਰ ਦੀ ਲੋੜ ਪੈਂਦੀ ਹੈ। ਇਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ। ਇਹ ਮੀਂਹ ਅਤੇ ਧੁੱਪ ਵਿੱਚ ਖਰਾਬ ਨਹੀਂ ਹੁੰਦੀ ਹੈ। ਇਹ ਮੀਂਹ ਅਤੇ ਵੱਧ ਧੁੱਪ ਵਿੱਚ ਖਰਾਬ ਹੋ ਜਾਂਦੀਆਂ ਹਨ। ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੋਣ ਕਾਰਨ ਪੌਦਿਆਂ ਦੁਆਰਾ ਧੀਮੀ ਦਰ ਨਾਲ ਸੋਖੀ ਜਾਂਦੀ ਹੈ। ਇਹ ਪਾਣੀ ਵਿੱਚ ਵੱਧ ਘੁਲਣਸ਼ੀਲ ਹੋਣ ਕਾਰਨ ਤੇਜ਼ ਗਤੀ ਨਾਲ ਸੋਖੀਆਂ ਜਾਂਦੀਆਂ ਹਨ। ਨੰਬਰ 9, ਇਸ ਦੀ ਵਰਤੋਂ ਨਾਲ ਭੂਮੀ ਪ੍ਰਦੂਸ਼ਣ ਨਹੀਂ ਹੁੰਦਾ। ਇਹਨਾਂ ਦੀ ਵਰਤੋਂ ਨਾਲ ਭੂਮੀ ਪ੍ਰਦੂਸ਼ਣ ਹੁੰਦਾ ਹੈ। ਡੇਅਰੀ ਫਾਰਮਿੰਗ ਤੋਂ ਕੀ ਭਾਵ ਹੈ? ਡੇਅਰੀ ਫਾਰਮਿੰਗ ਦੀਆਂ ਵੱਖ-ਵੱਖ ਪੱਧਤੀਆਂ ਦਾ ਵਰਣਨ ਕਰੋ। ਡੇਅਰੀ ਫਾਰਮਿੰਗ ਤੋਂ ਭਾਵ ਦੁਧਾਰੂ ਪਸ਼ੂਆਂ ਦਾ ਪਾਲਣ ਪੋਸ਼ਣ ਕਰਨ ਤੋਂ ਹੈ। ਇਸ ਵਿੱਚ ਗਾਵਾਂ ਅਤੇ ਮੱਝਾਂ ਦਾ ਪਾਲਣ ਪੋਸ਼ਣ ਮੁੱਖ ਰੂਪ ਵਿੱਚ ਕੀਤਾ ਜਾਂਦਾ ਹੈ। ਡੇਅਰੀ ਫਾਰਮਿੰਗ ਦੀਆਂ ਪੱਧਤੀਆਂ ਊੜਾ ਦੁਧਾਰੂ ਪਸ਼ੂਆਂ ਦੀਆਂ ਦੋਗਲੀਆਂ ਪ੍ਰਜਾਤੀਆਂ ਪੈਦਾ ਕਰਨਾ ਜਿਨ੍ਹਾਂ ਦਾ ਦੁੱਧ ਦੇਣ ਦਾ ਲੰਬਾ ਸਮਾਂ ਕਾਲ ਹੋਵੇ। ਪਸ਼ੂਆਂ ਦੇ ਪਾਲਣ ਪੋਸ਼ਣ ਲਈ ਉਚਿਤ ਆਹਾਰ ਵਾਲਾ ਚਾਰਾ ਦੇਣਾ। ਈੜੀ ਪਸ਼ੂਆਂ ਦੇ ਰਹਿਣ ਲਈ ਸਾਫ਼ ਸੁਥਰੀ ਹਵਾਦਾਰ ਸ਼ੈੱਡ ਦਾ ਪ੍ਰਬੰਧ ਕਰਨਾ। ਸੱਸਾ ਪਸ਼ੂਆਂ ਨੂੰ ਬਿਮਾਰੀਆਂ ਅਤੇ ਪਰਜੀਵੀਆਂ ਤੋਂ ਬਚਾਉਣਾ। ਹਾਹਾ ਦੁੱਧ ਦੇ ਨਾਲ ਨਾਲ ਦੁੱਧ ਤੇ ਆਧਾਰਿਤ ਪਦਾਰਥਾਂ ਦੀ ਤਿਆਰੀ ਕਰਨਾ।
ਦੱਸੋ ਕਿ ਵਰਮੀ ਕੰਪੋਸਟ ਕਿਵੇਂ ਤਿਆਰ ਕੀਤਾ ਜਾਂਦਾ ਹੈ। ਗੰਡੋਏ ਪਸ਼ੂਆਂ ਦੇ ਸੜੇ ਹੋਏ ਗੋਹੇ ਨੂੰ ਪੌਸ਼ਟਿਕ ਤੱਤ ਨਾਲ ਭਰਪੂਰ ਖਾਦ ਵਿੱਚ ਬਦਲਦੇ ਹਨ, ਜਿਸ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ। ਵਰਮੀ ਕੰਪੋਸਟ ਬਣਾਉਣ ਦੀ ਵਿਧੀ ਇਸ ਪ੍ਰਕਾਰ ਹਨ। ਨੰਬਰ 1, 2 ਜੁੜਵੇਂ ਖਾਨੇ ਜਾਂ ਖੱਡੇ ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਇਹ ਖੱਡੇ ਛੇਕਾਂ ਦੁਆਰਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਨੰਬਰ 2, ਪਸ਼ੂਆਂ ਦੇ ਗੋਬਰ ਅਤੇ ਪੱਤਿਆਂ ਦੇ ਮਿਸ਼ਰਣ ਉੱਤੇ ਪਾਣੀ ਪਾਇਆ ਜਾਂਦਾ ਹੈ ਅਤੇ ਲਗਭਗ 30 ਦਿਨਾਂ ਲਈ ਪਹਿਲੇ ਖੱਡੇ ਵਿੱਚ ਸੜਨ ਲਈ ਛੱਡ ਦਿੱਤਾ ਜਾਂਦਾ ਹੈ। ਨੰਬਰ 3, ਹੁਣ ਖੱਡੇ ਵਿੱਚ ਗੰਡੋਏ ਛੱਡੇ ਜਾਂਦੇ ਹਨ ਅਤੇ ਪਸ਼ੂਆਂ ਦਾ ਗੋਬਰ, ਪੱਤੇ ਅਤੇ ਪਾਣੀ ਨੂੰ ਦੂਜੇ ਖੱਡੇ ਵਿੱਚ ਪਾ ਦਿੱਤਾ ਜਾਂਦਾ ਹੈ। ਨੰਬਰ 4, 40-45 ਦਿਨਾਂ ਬਾਅਦ ਪਹਿਲੇ ਖੱਡੇ ਵਿੱਚ ਕੰਪੋਸਟ ਵਰਮੀ ਕੰਪੋਸਟ ਵਿੱਚ ਬਦਲ ਜਾਂਦੀ ਹੈ ਅਤੇ ਇਸ ਨੂੰ ਸੁੱਕਣ ਦਿੱਤਾ ਜਾਂਦਾ ਹੈ। ਨੰਬਰ 5, ਇਸ ਤੋਂ ਬਾਅਦ ਵਰਮੀ ਕੰਪੋਸਟ ਨੂੰ ਛਾਣ ਕੇ ਵੱਖ ਕੀਤਾ ਜਾਂਦਾ ਹੈ ਅਤੇ ਗੰਡੋਇਆਂ ਦੇ ਨਾਲ ਗੰਡੋਇਆਂ ਦੇ ਕੋਕੂਨ ਦੂਜੇ ਖੱਡੇ ਵਿੱਚ ਪਾ ਦਿੱਤੇ ਜਾਂਦੇ ਹਨ। ਗੰਡੋਏ ਛੇਕਾਂ ਰਾਹੀਂ ਵੀ ਇੱਕ ਖੱਡੇ ਤੋਂ ਦੂਜੇ ਖੱਡੇ ਵਿੱਚ ਜਾ ਸਕਦੇ ਹਨ। ਨੰਬਰ 6, ਦੁਬਾਰਾ ਪਹਿਲਾ ਖੱਡਾ ਪਸ਼ੂਆਂ ਦੇ ਗੋਬਰ, ਪਾਣੀ ਅਤੇ ਪੱਤਿਆਂ ਨਾਲ ਭਰਿਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਵੱਖ-ਵੱਖ ਖੇਤੀਬਾੜੀ ਪੱਧਤੀਆਂ ਕਿਹੜੀਆਂ ਹਨ? ਕੋਈ ਦੋ ਸਮਝਾਓ। ਫਸਲਾਂ ਦੇ ਉਤਪਾਦਨ ਵਿੱਚ ਕਈ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਖੇਤੀਬਾੜੀ ਅਭਿਆਸਾਂ ਵਜੋਂ ਜਾਣਿਆ ਜਾਂਦਾ ਹੈ। ਇਹ ਹੇਠ ਲਿਖੇ ਅਨੁਸਾਰ ਹਨ। ਊੜਾ ਜ਼ਮੀਨ ਦੀ ਤਿਆਰੀ, ਆੜਾ ਬੀਜ ਬੀਜਣਾ, ਈੜੀ ਰੂੜੀ ਖਾਦ ਅਤੇ ਰਸਾਇਣਕ ਖਾਦ ਪਾਉਣਾ, ਸੱਸਾ ਸਿੰਚਾਈ, ਹਾਹਾ ਨਦੀਨਾਂ ਨੂੰ ਕੱਢਣਾ, ਕੱਕਾ ਕੀਟਾਂ ਤੋਂ ਫਸਲ ਦੀ ਸੁਰੱਖਿਆ, ਖੱਖਾ ਕਟਾਈ ਅਤੇ ਗਹਾਈ, ਗੱਗਾ ਭੰਡਾਰਨ। ਨੰਬਰ 1, ਬੀਜ ਬੀਜਣਾ। ਖੇਤ ਵਿੱਚ ਵੱਖ-ਵੱਖ ਤਰੀਕਿਆਂ ਨਾਲ ਬੀਜ ਬੀਜੇ ਜਾਂਦੇ ਹਨ। ਊੜਾ ਛਿੱਟਾ ਦੇਣਾ ਜਾਂ ਖਿਲਾਰਨਾ। ਕਣਕ, ਮੱਕੀ, ਸਰੋਂ, ਤਿਲ ਵਰਗੀਆਂ ਫਸਲਾਂ ਦੇ ਬੀਜ ਹੱਥਾਂ ਨਾਲ ਛੱਟਾ ਦੇ ਕੇ ਬੀਜੇ ਜਾ ਸਕਦੇ ਹਨ। ਇਸ ਵਿਧੀ ਨੂੰ ਛੱਟਾ ਦੇਣਾ ਕਿਹਾ ਜਾਂਦਾ ਹੈ। ਆੜਾ ਹੱਥ ਨਾਲ ਘੇਰਾ ਦੇਣਾ। ਖੇਤ ਨੂੰ ਵਾਹੁਣ ਤੋਂ ਬਾਅਦ ਇੱਕ ਵਿਅਕਤੀ ਹੱਥਾਂ ਨਾਲ ਬੀਜਾਂ ਨੂੰ ਖੁਰਲੀਆਂ ਵਿੱਚ ਸੁੱਟਦਾ ਹੈ। ਆਲੂਆਂ ਨੂੰ ਹੱਥਾਂ ਨਾਲ ਖੁਰਲੀਆਂ ਵਿੱਚ ਬੀਜਿਆ ਜਾਂਦਾ ਹੈ। ਈੜੀ ਬੀਜ ਡਰਿਲ। ਇਹ ਇੱਕ ਅਜਿਹਾ ਔਜ਼ਾਰ ਹੈ ਜੋ ਇੱਕ ਖੇਤ ਵਿੱਚ ਇੱਕ ਖਾਸ ਡੂੰਘਾਈ ਅਤੇ ਉਚਿਤ ਦੂਰੀ ਤੇ ਬੀਜ ਬੀਜਣ ਲਈ ਵਰਤਿਆ ਜਾਂਦਾ ਹੈ ਤਾਂ ਜੋ ਬੀਜ ਸਹੀ ਢੰਗ ਨਾਲ ਉੱਗ ਸਕਣ। ਬੀਜ ਡਰਿਲ ਟਰੈਕਟਰ ਨਾਲ ਵੀ ਵਰਤੀ ਜਾਂਦੀ ਹੈ। ਨਦੀਨਾਂ ਨੂੰ ਹਟਾਉਣਾ। ਫਸਲ ਦੇ ਨਾਲ-ਨਾਲ ਖੇਤਾਂ ਵਿੱਚ ਉੱਗੇ ਫਾਲਤੂ ਪੌਦੇ ਨਦੀਨ ਕਹਾਉਂਦੇ ਹਨ। ਨਦੀਨਾਂ ਨੂੰ ਇਨ੍ਹਾਂ ਵਿਧੀਆਂ ਦੁਆਰਾ ਹਟਾਇਆ ਜਾ ਸਕਦਾ ਹੈ। ਊੜਾ ਹੱਥਾਂ ਨਾਲ ਪੁੱਟਣਾ। ਆੜਾ ਦੰਦਰਾਲ ਜਾਂ ਖੁਰਪੇ ਦੀ ਵਰਤੋਂ ਕਰਕੇ ਪੁੱਟਣਾ। ਈੜੀ ਨਦੀਨ ਨਾਸ਼ਕਾਂ ਜਿਵੇਂ ਕਿ 2,4-D
ਦੀ ਵਰਤੋਂ ਕਰਕੇ। ਫਸਲ ਉਤਪਾਦਨ ਵਿੱਚ ਸੁਧਾਰ ਤੋਂ ਤੁਹਾਡਾ ਕੀ ਭਾਵ ਹੈ? ਇਸ ਦੀਆਂ ਵੱਖ-ਵੱਖ ਪੱਧਤੀਆਂ ਦੀ ਵਿਆਖਿਆ ਕਰੋ। ਪੱਧਤੀਆਂ ਜਿਨ੍ਹਾਂ ਨਾਲ ਫਸਲਾਂ ਦਾ ਝਾੜ ਵਧਾਇਆ ਜਾਂਦਾ ਹੈ, ਫਸਲ ਉਤਪਾਦਨ ਦੇ ਸੁਧਾਰ ਦੀ ਪ੍ਰਕਿਰਿਆ ਵਿੱਚ ਆਉਂਦੀਆਂ ਹਨ। ਵਧਦੀ ਆਬਾਦੀ ਦੀਆਂ ਲੋੜਾਂ ਲਈ ਫਸਲਾਂ ਦੇ ਉਤਪਾਦਨ ਵਿੱਚ ਸੁਧਾਰ ਕਰਨਾ ਜ਼ਰੂਰੀ ਸੀ। 20ਵੀਂ ਸਦੀ ਦੇ 7ਵੇਂ ਦਹਾਕੇ ਦੌਰਾਨ ਖੇਤੀ ਪੱਧਤੀਆਂ ਵਿੱਚ ਕ੍ਰਾਂਤੀ ਆਈ। ਇਸ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ। ਫਸਲ ਉਤਪਾਦਨ ਵਿੱਚ ਸੁਧਾਰ ਲਈ ਨੁਕਤੇ ਇਸ ਪ੍ਰਕਾਰ ਹਨ। ਨੰਬਰ 1, ਰਵਾਇਤੀ ਫਸਲਾਂ ਦੇ ਚੰਗੇ ਅਤੇ ਸਿਹਤਮੰਦ ਬੀਜਾਂ ਦੀ ਚੋਣ ਕਰਕੇ ਬਿਜਾਈ ਕਰਨਾ। ਨੰਬਰ 2, ਫਸਲਾਂ ਦੀਆਂ ਵਿਦੇਸ਼ੀ ਨਸਲਾਂ ਦੇ ਬੀਜ ਆਯਾਤ ਕਰਕੇ ਬੀਜਣਾ। ਨੰਬਰ 3, ਦੋਗਲਾਕਰਨ ਕਰਕੇ ਵੱਧ ਝਾੜ ਵਾਲੀਆਂ ਨਸਲਾਂ ਤਿਆਰ ਕਰਨਾ। ਨੰਬਰ 4, ਟਰੈਕਟਰਾਂ ਅਤੇ ਹੋਰ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਖੇਤੀਬਾੜੀ ਵਿੱਚ ਤੇਜ਼ੀ ਲਿਆਉਣਾ। ਨੰਬਰ 5, ਫਸਲਾਂ ਦੇ ਝਾੜ ਨੂੰ ਵਧਾਉਣ ਲਈ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰਨਾ। ਸੋਚੋ ਅਤੇ ਉੱਤਰ ਦਿਓ। ਬੀਜਾਂ ਦੇ ਪੁਰੰਗਣ ਲਈ ਕੋਈ ਇੱਕ ਜ਼ਰੂਰੀ ਸ਼ਰਤ ਲਿਖੋ। ਊੜਾ, ਸਹੀ ਨਮੀ ਦਾ ਹੋਣਾ। ਆੜਾ, ਸਹੀ ਤਾਪਮਾਨ ਦਾ ਹੋਣਾ। ਉਹ ਕਿਹੜਾ ਕਿੱਤਾ ਸੀ ਜਿਹੜਾ ਮਨੁੱਖੀ ਸਭਿਅਤਾ ਦੇ ਵਿਕਾਸ ਵੱਲ ਪਹਿਲਾ ਕਦਮ ਸੀ? ਖੇਤੀਬਾੜੀ। ਕੀ ਪਾਣੀ ਤੇ ਤੈਰਦੇ ਬੀਜ ਬਿਜਾਈ ਦੇ ਯੋਗ ਹੁੰਦੇ ਹਨ? ਜੀ ਨਹੀਂ। ਕਿਹੜੇ ਬੀਜ ਬਰਤਨ ਦੇ ਤਲ ਤੇ ਬੈਠ ਜਾਂਦੇ ਹਨ? ਸਿਹਤਮੰਦ ਬੀਜ ਬਰਤਨ ਦੇ ਤਲ ਤੇ ਬੈਠ ਜਾਂਦੇ ਹਨ।